today we will discuss about removal orders. Basically अगर ਕਿਸੇ ਨੂੰ ਵੀ removal order issue ਹੁੰਦੇ ਨੇ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆਂ ਤਾਂ ਲੀਗਲੀ ਉਹ ਕੈਨੇਡਾ ਦੇ ਵਿੱਚ ਸਟੇ ਨਹੀਂ ਕਰ ਸਕਦੇ। whatever the instructions ਜਿਹੜੀਆਂ ਉਹਨਾਂ ਨੂੰ removal order ਤੇ ਪ੍ਰੋਵਾਈਡ ਕੀਤੀਆਂ ਹੁੰਦੀਆਂ ਨੇ ਉਹਨਾਂ ਇੰਸਟਰਕਸ਼ਨਸ ਨੂੰ ਫੋਲੋ ਕਰਦਿਆਂ ਹੋਇਆਂ ਐਂਡ ਵਿਦਿਨ ਦਾ ਟਾਈਮ ਪੀਰੀਅਡ ਉਹਨਾਂ ਨੇ ਕੈਨੇਡਾ ਜਿਹੜਾ ਹੈ ਉਸੇ ਪ੍ਰੋਸੀਜਰ ਨੂੰ ਫੋਲੋ ਕਰਦਿਆਂ ਹੋਇਆਂ ਲੀਵ ਕਰਨਾ ਹੁੰਦਾ ਹੈ। ਸੋ ਰਿਮੂਵਲ ਆਰਡਰ ਜਿਹੜੇ ਹਨ CBSA ਜਾਂ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ IRCC ਜਿਹੜੀ ਹੈ ਉਹ ਤੁਹਾਨੂੰ ਇਸ਼ੂ ਕਰ ਸਕਦੀ ਹੈ। ਸੋ ਤਿੰਨ ਤਰ੍ਹਾਂ ਦੇ ਬੇਸਿਕਲੀ ਰਿਮੂਵਲ ਆਰਡਰ ਹੋ ਸਕਦੇ ਨੇ। ਨੰਬਰ 1 ਇਜ਼ ਡਿਪਾਰਚਰ ਆਰਡਰ। ਸੋ ਡਿਪਾਰਚਰ ਆਰਡਰ ਕੀ ਹੈ ਕਿ ਅਗਰ ਕਿਸੇ ਨੂੰ ਵੀ ਡਿਪਾਰਚਰ ਆਰਡਰ ਇਸ਼ੂ ਹੋਇਆ ਹੈ ਇਟ ਮੀਨਸ ਕਿ ਉਹਨੇ 30 ਡੇਜ਼ ਦੀ ਟਾਈਮ ਪੀਰੀਅਡ ਦੇ ਵਿੱਚ ਜਿੱਦਣ ਦਾ ਆਰਡਰ ਇਸ਼ੂ ਹੋਇਆ ਹੈ ਉਸ ਟਾਈਮ ਪੀਰੀਅਡ ਦੇ ਵਿੱਚ ਕੈਨੇਡਾ ਲੀਵ ਕਰਨਾ ਹੁੰਦਾ ਹੈ। ਐਟ ਦ ਟਾਈਮ ਵੈਨ ਦੇ ਲੀਵ ਦ ਕੰਟਰੀ ਉਸ ਟਾਈਮ ਤੇ ਉਹਨਾਂ ਨੇ ਜਿਹੜਾ ਵੀ ਪੋਰਟ ਤੇ ਉਹ ਲੀਵ ਕਰਦੇ ਹਨ CBSA ਆਫਿਸਰ ਨੂੰ ਇਨਫੋਰਮ ਕਰਨਾ ਹੁੰਦਾ ਹੈ ਕਿ ਦੇ ਆਰ ਫੋਲੋਇੰਗ ਦ ਇੰਸਟਰਕਸ਼ਨਸ ਐਂਡ ਹੁਣ ਉਹ ਜਿਹੜਾ ਕੈਨੇਡਾ ਲੀਵ ਕਰਕੇ ਜਾ ਰਹੇ ਹਨ। ਅਗਰ ਉਹ ਵਿਦਿਨ 30 ਡੇਜ਼ ਦੇ ਟਾਈਮ ਪੀਰੀਅਡ ਦੇ ਵਿੱਚ ਕੈਨੇਡਾ ਲੀਵ ਨਹੀਂ ਕਰਦੇ ਜਾਂ ਫਿਰ CBSA ਆਫਿਸਰ ਨੂੰ ਇਨਫੋਰਮ ਕਰਕੇ ਨਹੀਂ ਜਾਂਦੇ ਤਾਂ ਉਹਨਾਂ ਦਾ ਡਿਪਾਰਚਰ ਆਰਡਰ ਜਿਹੜਾ ਹੈ ਡੈਪੂਟੇਸ਼ਨ ਆਰਡਰ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਅਗਰ ਤਾਂ ਉਹ ਵਿਦਿਨ 30 ਡੇਜ਼ ਦੇ ਟਾਈਮ ਪੀਰੀਅਡ ਦੇ ਵਿੱਚ ਕੈਨੇਡਾ ਲੀਵ ਕਰਦੇ ਹਨ ਤਾਂ ਦੇ ਕੈਨ ਕਮ ਬੈਕ ਟੂ ਦਿਸ ਕੰਟਰੀ ਆਪਣੀਆਂ ਜਿਹੜੀਆਂ ਵੀ ਇੰਸਟਰਕਸ਼ਨਸ ਹਨ ਜਾਂ ਵੈਲਿਡਿਟੀ ਆਫ ਵੀਜ਼ਾ ਹੈ ਵੀਜ਼ਾ ਦੀ ਵੈਲਿਡਿਟੀ ਨੂੰ ਫੋਲੋ ਕਰਦਿਆਂ ਹੋਇਆਂ ਕੈਨੇਡਾ ਦੇ ਵਿੱਚ ਵਾਪਸ ਆ ਸਕਦੇ ਹਨ। ਬਟ ਅਗਰ ਉਹ ਵੈਲਿਡਿਟੀ ਟਾਈਮ ਪੀਰੀਅਡ 30 ਡੇਜ਼ ਤੋਂ ਜ਼ਿਆਦਾ ਦਾ ਟਾਈਮ ਕੈਨੇਡਾ ਦੇ ਵਿੱਚ ਸਪੈਂਡ ਕਰ ਲੈਂਦੇ ਹਨ CBSA ਨੂੰ ਇਨਫੋਰਮ ਨਹੀਂ ਕਰਦੇ ਤਾਂ ਵਿਦਆਊਟ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਉਹ ਕੰਟਰੀ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਨੰਬਰ 2 ਇਜ਼ ਐਕਸਕਲੂਜਨ ਆਰਡਰ। ਸੋ ਐਕਸਕਲੂਜਨ ਆਰਡਰ ਕੀ ਹੈ ਕਿ ਜਿਸ ਵੀ ਪਰਸਨ ਨੂੰ ਐਕਸਕਲੂਜਨ ਆਰਡਰ ਇਸ਼ੂ ਹੋਇਆ ਹੈ ਉਹ 12 ਮੰਥਸ ਦੇ ਟਾਈਮ ਪੀਰੀਅਡ ਦੇ ਲਈ ਵੀ ਕੈਨੇਡਾ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਬਟ ਇਨ ਐਨੀ ਸਿਚੁਏਸ਼ਨ ਅਗਰ ਉਹਨੂੰ ਰਿਕੁਆਇਰਮੈਂਟ ਹੈ ਕਿ ਉਹ ਕੰਟਰੀ ਕੈਨੇਡਾ ਦੇ ਵਿੱਚ ਆਉਣਾ ਚਾਹੁੰਦਾ ਹੈ ਵਾਪਸ ਤਾਂ ਉਹਦੇ ਲਈ ਉਹਨੂੰ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਜਿਹੜਾ ਹੈ ਉਹ ਅਪਲਾਈ ਕਰਨਾ ਪਏਗਾ। ਉਹਦੀ ਐਪਲੀਕੇਸ਼ਨ ਫਾਈਲ ਕਰਨੀ ਹੋਏਗੀ ਦੈਨ ਉਹ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੇ ਹਨ। ਐਂਡ ਅਗਰ ਐਕਸਕਲੂਜਨ ਆਰਡਰ ਜਿਹੜਾ ਹੈ ਮਿਸਰਿਪ੍ਰੈਜ਼ੈਂਟੇਸ਼ਨ ਕਰਕੇ ਉਹਨੂੰ ਇਸ਼ੂ ਹੋਇਆ ਹੈ ਡਾਕੂਮੈਂਟੇਸ਼ਨ ਜਾਂ ਕੋਈ ਫੇਕ ਇਨਫੋਰਮੇਸ਼ਨ ਉਹਨੇ ਪ੍ਰੋਵਾਈਡ ਕੀਤੀ ਆਪਣੀ ਕਿਸੇ ਪ੍ਰੀਵੀਅਸ ਐਪਲੀਕੇਸ਼ਨ ਦੇ ਵਿੱਚ ਤਾਂ ਉਸ ਕੈਂਡੀਡੇਟ ਨੂੰ ਜਿਹੜਾ ਐਕਸਕਲੂਜਨ ਆਰਡਰ ਹੈ ਉਹਦੀ ਟਾਈਮ ਪੀਰੀਅਡ ਹੈ 5 ਇਅਰਸ। ਉਸ ਪਰਸਨ ਨੂੰ 5 ਇਅਰਸ ਦਾ ਬੈਨ ਹੁੰਦਾ ਹੈ। ਵਿਦਿਨ 5 ਇਅਰਸ ਉਹ ਕੈਨੇਡਾ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਬਟ ਇਨ ਐਨੀ ਸਿਚੁਏਸ਼ਨ ਅਗਰ ਉਹਨਾਂ ਨੂੰ ਰਿਕੁਆਇਰਮੈਂਟ ਹੈ ਤਾਂ ਉਹ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਦੀ ਐਪਲੀਕੇਸ਼ਨ ਫਾਈਲ ਕਰਕੇ ਤੇ ਉਹਦੇ ਨਾਲ ਉਹ ਕੈਨੇਡਾ ਐਂਟਰ ਕਰ ਸਕਦੇ ਹਨ। ਸੋ ਥਰਡ ਜਿਹੜਾ ਹੈ ਰਿਮੂਵਲ ਆਰਡਰ ਉਹ ਹੈ ਡੈਪੂਟੇਸ਼ਨ। ਸੋ ਪਰਮਾਨੈਂਟਲੀ ਜਿਹੜਾ ਬੈਨ ਕਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਐਂਟਰ ਆਉਣ ਦੇ ਲਈ ਕਰਨ ਦੇ ਲਈ ਇਨ ਐਨੀ ਸਿਚੁਏਸ਼ਨ ਦੈਟ ਇਜ਼ ਅ ਡੈਪੂਟੇਸ਼ਨ ਆਰਡਰ। ਬਟ ਸਟਿਲ ਅਗਰ ਤੁਹਾਨੂੰ ਕੋਈ ਰਿਕੁਆਇਰਮੈਂਟ ਹੈ ਕੈਨੇਡਾ ਦੇ ਵਿੱਚ ਕਿਸੇ ਵੀ ਸਿਚੁਏਸ਼ਨ ਕਰਕੇ ਤੁਸੀਂ ਐਂਟਰ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਦੀ ਐਪਲੀਕੇਸ਼ਨ ਫਾਈਲ ਕਰਨੀ ਹੋਏਗੀ। ਸੋ ਅਗਰ ਤਾਂ ਤੁਸੀਂ ਸਾਰੀਆਂ ਇੰਸਟਰਕਸ਼ਨਸ ਨੂੰ ਫੋਲੋ ਕਰਦੇ ਹੋ ਕਿਸੇ ਵੀ ਸਿਚੁਏਸ਼ਨ 'ਚ ਤੁਹਾਨੂੰ ਰਿਮੂਵਲ ਆਰਡਰ ਇਸ਼ੂ ਹੋਇਆ ਹੈ ਤਾਂ ਯੂ ਕੈਨ ਫਰਦਰ ਅਪਲਾਈ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਟੂ ਉਹਦੇ ਨਾਲ ਤੁਸੀਂ ਆਪਣਾ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੇ ਹੋ। ਇਨ ਐਨੀ ਸਿਚੁਏਸ਼ਨ ਅਗਰ ਤੁਸੀਂ ਇਹਨਾਂ ਇੰਸਟਰਕਸ਼ਨਸ ਨੂੰ ਫੋਲੋ ਨਹੀਂ ਕਰਦੇ ਤਾਂ CBSA ਜਿਹੜਾ ਹੈ ਉਹ ਤੁਹਾਨੂੰ ਸਰਚ ਵਾਰੰਟ ਇਸ਼ੂ ਕਰ ਸਕਦੀ ਹੈ। ਸਰਚ ਵਾਰੰਟ ਦੇ ਵਿੱਚ ਉਹ ਤੁਹਾਨੂੰ ਅਗਰ ਕੋਈ ਵੀ ਰਿਮੂਵਲ ਆਰਡਰ ਦੀ ਲੈਟਰ ਇਸ਼ੂ ਕਰਦੀ ਹੈ ਜਾਂ ਵਾਰੰਟ ਇਸ਼ੂ ਕਰਦੀ ਹੈ ਇੰਟਰਵਿਊ 'ਚ ਅਪੀਅਰ ਹੋਣ ਦੇ ਲਈ ਇਟ ਇਜ਼ ਰਿਕਮੈਂਡਡ ਕਿ ਤੁਸੀਂ ਡੇ ਐਂਡ ਲੋਕੇਸ਼ਨ ਜਿਹੜੀ ਵੀ ਸਪੈਸੀਫਾਈ ਕੀਤੀ ਗਈ ਹੈ ਉਸ ਲੋਕੇਸ਼ਨ ਦੇ ਵਿੱਚ ਅਪੀਅਰ ਹੋਵੋ। ਤੁਹਾਨੂੰ ਜਿਹੜਾ CBSA ਦੇ ਕੋਲ ਆਲ ਰਾਈਟਸ ਹਨ ਕਿ ਉਹ ਤੁਹਾਨੂੰ ਡਿਟੇਨ ਕਰ ਸਕਦੀ ਹੈ ਟਿਲ ਦਾ ਡੇਟ ਕਿ ਉਹ ਤੁਹਾਨੂੰ ਸਕਸੈਸਫੁਲੀ ਕੈਨੇਡਾ ਤੋਂ ਡਿਪਾਰਟ ਕਰਵਾ ਸਕੇ। ਕਿਸੇ ਵੀ ਸਿਚੁਏਸ਼ਨ ਦੇ ਵਿੱਚ ਅਗਰ CBSA ਤੁਹਾਡਾ ਟਰੈਵਲ ਐਕਸਪੈਂਸ ਜਿਹੜਾ ਬੀਅਰ ਕਰਦੀ ਹੈ ਤੁਹਾਡੀ 에ਅਰ ਟਿਕਟਿੰਗ ਜਿਹੜੀ ਹੈ ਉਹਦੇ ਐਕਸਪੈਂਸ ਬੀਅਰ ਕਰਦੀ ਹੈ ਇਨ ਫਿਊਚਰ ਅਗਰ ਤੁਹਾਨੂੰ ਰਿਟਰਨ ਹੋਣ ਦੀ ਕੋਈ ਵੀ ਸਿਚੁਏਸ਼ਨ ਆਉਂਦੀ ਹੈ ਤਾਂ ਉਹਦੇ ਵਿੱਚ ਪਹਿਲਾਂ ਤੁਹਾਨੂੰ ਜਿਹੜਾ ਪ੍ਰੀਵੀਅਸ ਜੋ ਵੀ ਲੋਨ ਹੈ ਤੁਸੀਂ ਪ੍ਰੀਵੀਅਸ ਐਕਸਪੈਂਸ ਜਿਹੜਾ CBSA ਨੇ ਤੁਹਾਡਾ ਬੀਅਰ ਕੀਤਾ ਹੋਇਆ ਉਹਨੂੰ ਤੁਸੀਂ ਕਲੀਅਰ ਕਰੋਗੇ ਫਿਰ ਹੀ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਕਰ ਪਾਓਗੇ। ਐਂਡ ਅਨਦਰ ਇੰਪੋਰਟੈਂਟ ਥਿੰਗ ਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਅਗਰ ਤੁਸੀਂ ਤੁਹਾਨੂੰ ਰਿਮੂਵਲ ਆਰਡਰ ਇਸ਼ੂ ਹੋਇਆ ਹੈ ਬਟ ਤੁਸੀਂ ਕੈਨੇਡਾ ਦੇ ਵਿੱਚ ਸਟੇ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਰਾਈਟ ਹੈ ਕਿ ਵਿਦਿਨ 30 ਡੇਜ਼ ਤੁਸੀਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਅੰਡਰ ਜਿਹੜਾ ਰਿਮੂਵਲ ਆਰਡਰ ਹੈ ਉਹਦੇ ਲਈ ਅਪੀਲ ਕਰ ਸਕਦੇ ਹੋ। ਤੁਹਾਡੀ ਅਪੀਲ ਦੀ ਐਪਲੀਕੇਸ਼ਨ ਅਸੈਪਟ ਵੀ ਹੋ ਸਕਦੀ ਹੈ ਜਿਹਦੇ ਵਿੱਚ ਤੁਹਾਡਾ ਰਿਮੂਵਲ ਆਰਡਰ ਰਿਵੋਕ ਹੋ ਜਾਏਗਾ ਤੁਸੀਂ ਕੈਨੇਡਾ 'ਚ ਸਟੇ ਕਰ ਸਕੋਗੇ।
ਤੁਹਾਡੇ ਰਿਮੂਵਲ ਆਰਡਰ ਤੇ ਸਟੇ ਦਿੱਤਾ ਜਾ ਸਕਦਾ ਹੈ। ਫਰਦਰ ਇਨਸਟਰਕਸ਼ਨਸ ਦੇ ਲਈ ਜਦੋਂ ਫਰਦਰ ਅਪੀਲ ਦੀ ਜਿਹੜੀ ਹੀਅਰਿੰਗ ਹੋਏਗੀ ਇਮੀਗ੍ਰੇਸ਼ਨ ਡਿਵੀਜ਼ਨ ਉਹਦੇ ਵਿੱਚ ਉਸ ਸਟੇ ਨੂੰ ਰਿਮੂਵ ਕਰ ਸਕਦੀ ਹੈ, ਸਟੇ ਨੂੰ ਫਰਦਰ ਕੰਟੀਨਿਊ ਵੀ ਰੱਖ ਸਕਦੀ ਹੈ। ਤੁਹਾਡੀ ਅਪੀਲ ਨੂੰ ਅਸੈਪਟ ਜਾਂ ਰਿਜੈਕਟ ਕੀਤਾ ਜਾ ਸਕਦਾ ਹੈ। ਅਗਰ ਤੁਹਾਡੀ ਅਪੀਲ ਰਿਜੈਕਟ ਹੁੰਦੀ ਹੈ, ਫਰਦਰ ਤੁਹਾਡੇ ਕੋਲ ਰਾਈਟਸ ਹਨ ਕਿ ਤੁਸੀਂ ਫੈਡਰਲ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰ ਸਕਦੇ ਹੋ। ਸੋ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਸੀਂ ਹੋ, ਤੁਹਾਨੂੰ ਰਿਮੂਵਲ ਆਰਡਰ ਇਸ਼ੂ ਹੋ ਚੁੱਕੇ ਹਨ, ਤੁਹਾਨੂੰ ਕਿਸੇ ਲੀਗਲ ਐਡਵਾਈਸ ਦੀ ਰਿਕੁਆਇਰਮੈਂਟ ਹੈ ਜਾਂ ਕਿਸੇ ਲੀਗਲ ਅਸਿਸਟੈਂਸ ਦੀ ਰਿਕੁਆਇਰਮੈਂਟ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।